वेलकम लाइफ, वेलकम लाइफ, स्वागत जिंदगी, स्वागत जिंदगी। प्यारे विद्यार्थियों, सब तो पहला तो मैं ਤੁਹਾਨੂੰ ਇਸ ਗੱਲ ਲਈ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਕਰੋਨਾ ਕਾਲ ਦੇ ਦੌਰਾਨ, ਲਾਕਡਾਊਨ ਦੇ ਦੌਰਾਨ ਵੀ ਆਪਣਾ ਜੋ ਸਕੂਲ ਦਾ ਕੰਮ ਸੀ, ਜੋ ਆਪਣੀ ਸਿਹਤ ਪ੍ਰਤੀ ਜ਼ਿੰਮੇਵਾਰੀ ਸੀ, ਉਸ ਨੂੰ ਪੂਰੇ ਵਧੀਆ ਢੰਗ ਨਾਲ ਨਿਭਾਉਂਦੇ ਰਹੇ ਹੋ। ਤੁਸੀਂ ਲਗਾਤਾਰ ਆਪਣੇ ਅਧਿਆਪਕ ਸਾਹਿਬਾਨ ਨਾਲ ਰਾਬਤਾ ਬਣਾ ਕੇ ਰੱਖਿਆ। ਭਾਵੇਂ ਕੋਈ ਵੀ ਪੇਪਰ ਹੋਵੇ ਤੁਹਾਨੂੰ, ਭਾਵੇਂ ਕੋਈ ਵੀ ਪੜ੍ਹਾਈ ਦੀ ਗੱਲ ਹੋਵੇ, ਤੁਸੀਂ ਲਗਾਤਾਰ ਉਸ ਦੇ ਵਿੱਚ ਪੂਰੇ ਉਤਰੇ ਹੋਏ। ਇਸ ਗੱਲ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਸਿੱਖਿਆ ਵਿਭਾਗ ਵੱਲੋਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆਂਦਾ ਹੈ, ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ। ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਵਿਸ਼ੇ ਦੇ ਰਾਹੀਂ ਕਿਸੇ ਵੀ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੰਗੀਆਂ ਆਦਤਾਂ ਜਿਹੜੀਆਂ ਕਿ ਤੁਹਾਨੂੰ ਸਿਖਾਈਆਂ ਜਾਣੀਆਂ ਨੇ, ਜਿਹੜੀਆਂ ਕਿ ਖੇਡ ਵਿਧੀ ਰਾਹੀਂ ਤੁਸੀਂ ਸਿੱਖਣੀਆਂ ਨੇ। ਪਿਆਰੇ ਵਿਦਿਆਰਥੀਓ, ਬੇਸ਼ੱਕ ਅਸੀਂ ਬਾਕੀ ਵਿਸ਼ੇ ਵੀ ਪੜ੍ਹਦੇ ਹਾਂ, ਸਾਡੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਪਰ ਇਹ ਵਿਸ਼ਾ ਖਾਸ ਕਰਕੇ ਤੁਹਾਡੇ ਸਰਵਪੱਖੀ ਵਿਕਾਸ ਲਈ ਸਾਡੇ ਮਾਹਰ ਅਧਿਆਪਕ ਸਾਹਿਬਾਨ ਵੱਲੋਂ, ਸਾਡੇ ਵਿਭਾਗ ਵੱਲੋਂ ਤੁਹਾਡੇ ਲਈ ਤਿਆਰ ਕੀਤਾ ਗਿਆ, ਤਾਂ ਕਿ ਸਾਡਾ ਕੋਈ ਵੀ ਵਿਦਿਆਰਥੀ ਕਿਸੇ ਵੀ ਪੱਖ ਤੋਂ, ਕਿਸੇ ਵੀ ਖੇਤਰ ਵਿੱਚ ਪਿੱਛੇ ਨਾ ਰਹਿ ਸਕੇ। ਸਾਡਾ ਉਹ ਵਿਦਿਆਰਥੀ ਚਾਹੇ ਕੋਈ ਵੀ ਖੇਤਰ ਵਿੱਚ ਉਸ ਨੂੰ ਜਾਣਾ ਪਵੇ ਤਾਂ ਉਹ ਆਪਣੇ ਵੱਲੋਂ ਆਪਣੀ ਪੂਰੀ ਸਮਰੱਥਾ, ਆਪਣੇ ਪੂਰੇ ਯਤਨਾਂ ਨਾਲ ਕੁਝ ਵੱਖਰਾ ਕਰਕੇ ਦਿਖਾਵੇ, ਇੱਕ ਵਧੀਆ ਬੱਚਾ ਬਣ ਕੇ ਦਿਖਾਵੇ, ਇੱਕ ਵਧੀਆ ਵਿਦਿਆਰਥੀ ਬਣ ਕੇ ਦਿਖਾਵੇ। ਸੋ ਪਿਆਰੇ ਵਿਦਿਆਰਥੀਓ, ਸਵਾਗਤ ਜ਼ਿੰਦਗੀ ਦੇ ਅੱਜ ਦੇ ਇਸ ਪਾਠ ਦੇ ਵਿੱਚ ਤੁਹਾਡਾ ਸਵਾਗਤ ਆ। ਪਰ ਅੱਜ ਦਾ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਾਂਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ। ਖਾਣਾ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਬਾਅਦ, ਖਾਣਾ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਬਾਅਦ, ਇਸ ਗੱਲ ਦਾ ਰੱਖਣਾ ਖਿਆਲ, ਹੱਥ ਧੋਣੇ ਸਾਬਣ ਨਾਲ, ਇਸ ਗੱਲ ਦਾ ਰੱਖਣਾ ਖਿਆਲ, ਹੱਥ ਧੋਣੇ ਸਾਬਣ ਨਾਲ। ਇਸ ਗੱਲ ਤੋਂ ਹੋਣਾ ਜਾਣੂ, ਨਾ ਰਹਿ ਜਾਏ ਕੋਈ ਕੀਟਾਣੂ, ਇਸ ਗੱਲ ਤੋਂ ਹੋਣਾ ਜਾਣੂ, ਨਾ ਰਹਿ ਜਾਏ ਕੋਈ ਕੀਟਾਣੂ, ਖੁਦ ਸਿਹਤ ਦੀ ਕਰੋ ਸੰਭਾਲ। ਖਾਣਾ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਬਾਅਦ, ਇਸ ਗੱਲ ਦਾ ਰੱਖਣਾ ਖਿਆਲ, ਹੱਥ ਧੋਣੇ ਸਾਬਣ ਨਾਲ, ਹੱਥ ਧੋਣੇ ਸਾਬਣ ਨਾਲ। ਤੁਸੀਂ ਪਾ ਕੇ ਆਦਤਾਂ ਚੰਗੀਆਂ, ਛੂਹੋਗੇ ਹੋਰ ਬੁਲੰਦੀਆਂ। ਤੁਸੀਂ ਪਾ ਕੇ ਆਦਤਾਂ ਚੰਗੀਆਂ, ਛੂਹੋਗੇ ਹੋਰ ਬੁਲੰਦੀਆਂ। ਤੁਸੀਂ ਬਹੁਤ ਸਿਆਣੇ ਬਾਲ, ਹੱਥ ਧੋਣੇ ਸਾਬਣ ਨਾਲ, ਹੱਥ ਧੋਣੇ ਸਾਬਣ ਨਾਲ। ਕੁਝ ਬੱਚੇ ਖਾਣਾ ਖਾਂਦੇ, ਖਾਂਦੇ ਵੀ ਬੋਲੀ ਜਾਂਦੇ। ਕੁਝ ਬੱਚੇ ਖਾਣਾ ਖਾਂਦੇ, ਖਾਂਦੇ ਵੀ ਬੋਲੀ ਜਾਂਦੇ। ਕਈ ਝੂਠੀ ਛੱਡਦੇ ਦਾਲ, ਕਈ ਝੂਠੀ ਛੱਡਦੇ ਦਾਲ, ਇਸ ਗੱਲ ਦਾ ਰੱਖਣਾ ਖਿਆਲ। ਖਾਣਾ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਬਾਅਦ, ਇਸ ਗੱਲ ਦਾ ਰੱਖਣਾ ਖਿਆਲ, ਹੱਥ ਧੋਣੇ ਸਾਬਣ ਨਾਲ, ਹੱਥ ਧੋਣੇ ਸਾਬਣ ਨਾਲ, ਹੱਥ ਧੋਣੇ ਸਾਬਣ ਨਾਲ। ਪਿਆਰੇ ਵਿਦਿਆਰਥੀਓ, ਗੀਤ ਸੁਣ ਕੇ ਤੁਸੀਂ ਜਾਣ ਗਏ ਹੋਵੋਗੇ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੱਜ ਆਪਾਂ ਕਿਹੜੀ ਗੱਲ ਕਰਨੀ ਹੈ, ਕਿਸ ਵਿਸ਼ੇ ਬਾਰੇ ਗੱਲ ਕਰਨੀ ਹੈ ਤੇ ਇਹ ਕਿਹੜੀ ਗੱਲ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਸਾਰੇ ਜਾਣਦੇ ਹੋ ਕਿ ਇਸ ਗੀਤ ਦੇ ਰਾਹੀਂ ਅਸੀਂ ਜੋ ਅੱਜ ਗੱਲ ਕਰਨੀ ਹੈ ਉਹ ਹੈ ਸਾਡੀਆਂ
ਖਾਣ ਦੀਆਂ ਚੰਗੀਆਂ ਆਦਤਾਂ। ਪਿਆਰੇ ਵਿਦਿਆਰਥੀਓ, ਬਹੁਤ ਸਾਰੀਆਂ ਚੰਗੀਆਂ ਆਦਤਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਚੰਗੀਆਂ ਆਦਤਾਂ ਹੀ ਸਾਨੂੰ ਚੰਗਾ ਵਿਦਿਆਰਥੀ ਬਣਾਉਂਦੀਆਂ ਨੇ, ਚੰਗਾ ਇਨਸਾਨ ਬਣਾਉਂਦੀਆਂ ਨੇ, ਤੇ ਚੰਗੀਆਂ ਆਦਤਾਂ ਹੀ ਸਾਨੂੰ ਅੱਗੇ ਲੈ ਕੇ ਜਾਂਦੀਆਂ ਨੇ। ਇਹ ਚੰਗੀਆਂ ਆਦਤਾਂ ਜਿਸ ਵੀ ਬੱਚੇ ਵਿੱਚ, ਜਿਸ ਵੀ ਇਨਸਾਨ ਵਿੱਚ ਹੁੰਦੀਆਂ ਨੇ, ਉਹ ਸਾਰਿਆਂ ਨੂੰ ਪਿਆਰਾ ਲੱਗਦਾ, ਸਾਰਿਆਂ ਨੂੰ ਵਧੀਆ ਲੱਗਦਾ, ਸਾਰਿਆਂ ਨੂੰ ਚੰਗਾ ਲੱਗਦਾ। ਤੇ ਤੁਹਾਡੇ ਵਿੱਚੋਂ ਹਰ ਬੱਚਾ ਸੋਚਦਾ ਹੋਣਾ ਕਿ ਮੈਂ ਵੀ ਸਾਰਿਆਂ ਨੂੰ ਚੰਗਾ ਲੱਗਾ, ਮੈਂ ਵੀ ਸਾਰਿਆਂ ਨੂੰ ਵਧੀਆ ਲੱਗਾ। ਤੇ ਪਿਆਰੇ ਵਿਦਿਆਰਥੀਓ, ਚੰਗੇ ਲੱਗਣ ਲਈ ਕੁਝ ਚੰਗੇ ਕੰਮ ਕਰਨੇ ਪੈਂਦੇ ਨੇ, ਕੁਝ ਚੰਗੀਆਂ ਆਦਤਾਂ ਬਣਾਉਣੀਆਂ ਪੈਂਦੀਆਂ ਨੇ। ਜਿਸ ਤਰ੍ਹਾਂ ਸਵੇਰੇ ਉੱਠਣਾ, ਸੈਰ ਕਰਨਾ, ਸਾਫ਼ ਸੁਥਰੇ ਕੱਪੜੇ ਪਾਉਣਾ, ਸਮੇਂ ਦਾ ਪ੍ਰਬੰਧ ਹੋਣਾ, ਬਹੁਤ ਸਾਰੀਆਂ ਚੰਗੀਆਂ ਆਦਤਾਂ ਨੇ ਪਿਆਰੇ ਵਿਦਿਆਰਥੀਓ। ਵੱਡਿਆਂ ਦਾ ਸਤਿਕਾਰ ਕਰਨਾ, ਅਧਿਆਪਕਾਂ ਦਾ ਸਤਿਕਾਰ ਕਰਨਾ, ਆਪਣੇ ਭੈਣ ਭਰਾ ਨਾਲ ਸਹਿਯੋਗ ਦੇਣਾ, ਮਾਤਾ ਪਿਤਾ ਨਾਲ ਸਹਿਯੋਗ ਦੇਣਾ। ਇਸੇ ਤਰ੍ਹਾਂ ਸਮਾਜ ਦੀਆਂ ਜੋ ਸਾਂਝੀਆਂ ਥਾਵਾਂ ਨੇ ਜਾਂ ਜੋ ਸਾਂਝੀਆਂ ਚੀਜ਼ਾਂ ਨੇ ਉਹਨਾਂ ਦਾ ਧਿਆਨ ਰੱਖਣਾ, ਕੁਦਰਤ ਦਾ ਧਿਆਨ ਰੱਖਣਾ। ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਨੇ ਜਿਨ੍ਹਾਂ ਕਰਕੇ ਕੋਈ ਵੀ ਵਿਅਕਤੀ, ਕੋਈ ਵੀ ਵਿਦਿਆਰਥੀ ਹਰਮਨ ਪਿਆਰਾ ਹੁੰਦਾ ਲੋਕਾਂ ਦੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਣੇ ਸਕੂਲ ਦੇ ਵਿੱਚ। ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਚਾਹੇ ਕੋਈ ਛੋਟਾ, ਚਾਹੇ ਕੋਈ ਵੱਡਾ, ਚਾਹੇ ਕੋਈ ਜਵਾਨ ਆ, ਤਾਂ ਹਰ ਇੱਕ ਨੂੰ ਸਭ ਤੋਂ ਪਹਿਲਾਂ ਚੰਗਾ ਇਨਸਾਨ ਬਣਨ ਤੋਂ ਪਹਿਲਾਂ ਉਸ ਦੀ ਸਿਹਤ ਚੰਗੀ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਆ ਵੀ ਜਿਸ ਦੇ ਕੋਲੇ ਚੰਗੀ ਸਿਹਤ ਆ ਪਿਆਰੇ ਵਿਦਿਆਰਥੀ, ਉਹਦੇ ਕੋਲੇ ਦੁਨੀਆ ਦਾ ਖਜ਼ਾਨਾ। ਜੇ ਸਾਡੇ ਕੋਲੇ ਬਹੁਤ ਸਾਰਾ ਪੈਸਾ ਹੋਵੇ, ਬਹੁਤ ਸਾਰੀ ਦੌਲਤ ਹੋਵੇ, ਸਾਰੀਆਂ ਸਹੂਲਤਾਂ ਹੋਣ, ਪਰ ਕੋਈ ਤੰਦਰੁਸਤ ਨਾ ਹੋਵੇ ਕਿ ਉਹ ਸਹੂਲਤਾਂ ਨੂੰ ਮਾਣ ਸਕਦਾ, ਨਹੀਂ ਮਾਣ ਸਕਦਾ ਨਾ। ਇਸੇ ਤਰ੍ਹਾਂ ਹੀ ਅਸੀਂ ਆਪਣੀ ਸਿਹਤ ਦੀ ਤੰਦਰੁਸਤੀ ਲਈ ਸਭ ਤੋਂ ਪਹਿਲਾਂ ਧਿਆਨ ਰੱਖਣਾ ਕਿ ਸਿਹਤ ਦੀ ਤੰਦਰੁਸਤੀ ਲਈ ਸਾਨੂੰ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਹੁਣ ਤੁਸੀਂ ਆਪਣੇ ਆਪ ਹੀ ਸੋਚ ਲਿਆ ਹੋਵੇਗਾ ਕਿ ਸਾਡੇ ਸਰੀਰ ਨੂੰ ਇੱਕ ਊਰਜਾ ਚਾਹੀਦੀ ਆ, ਇੱਕ ਤਾਕਤ ਚਾਹੀਦੀ ਆ, ਇੱਕ એનર્ਜੀ ਚਾਹੀਦੀ ਆ। ਜਿਵੇਂ ਪਿਆਰੇ ਵਿਦਿਆਰਥੀਓ, ਜੇ ਕੋਈ ਗੱਡੀ ਚਲਾਉਣੀ ਆ ਤਾਂ ਗੱਡੀ ਦੇ ਇੰਜਣ ਲਈ ਪੈਟਰੋਲ ਚਾਹੀਦਾ, ਡੀਜ਼ਲ ਦੀ ਲੋੜ ਹੁੰਦੀ ਆ, ਜਾਂ ਕੋਈ ਬਿਜਲੀ ਤੇ ਗੱਡੀ ਚੱਲਦੀ ਆ ਤਾਂ ਉਸ ਨੂੰ ਬਿਜਲੀ ਦੀ ਲੋੜ ਹੁੰਦੀ ਆ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਸਾਡਾ ਸਰੀਰ ਵੀ ਇੱਕ ਮਸ਼ੀਨ ਆ, ਇਸ ਨੂੰ ਚਲਾਉਣ ਲਈ ਵੀ ਇਸੇ ਤਰ੍ਹਾਂ ਦੀ ਇੱਕ ਊਰਜਾ ਦੀ ਲੋੜ ਹੁੰਦੀ ਆ, ਇੱਕ ਤਾਕਤ ਦੀ ਲੋੜ ਹੁੰਦੀ ਆ। ਪਿਆਰੇ ਵਿਦਿਆਰਥੀਓ, ਤਾਕਤ ਸਾਨੂੰ ਕਿੱਥੋਂ ਮਿਲਦੀ ਆ? ਤੁਸੀਂ ਆਪਣੇ ਆਪ ਇਸ ਸਵਾਲ ਦਾ ਉੱਤਰ ਜਾਣਦੇ ਹੋ ਕਿ ਉਹ ਤਾਕਤ ਸਾਨੂੰ ਭੋਜਨ ਤੋਂ ਮਿਲਦੀ ਆ। ਤੇ ਪਿਆਰੇ ਵਿਦਿਆਰਥੀਓ, ਭੋਜਨ ਲਈ, ਭੋਜਨ ਖਾਣ ਲਈ ਜਾਂ ਭੋਜਨ ਨੂੰ ਤਿਆਰ ਕਰਨ ਲਈ ਬਹੁਤ ਸਾਰੀਆਂ ਸਾਨੂੰ ਚੰਗੀਆਂ ਆਦਤਾਂ ਦੀ ਜ਼ਰੂਰਤ ਹੁੰਦੀ ਆ, ਕਿਉਂਕਿ ਜੇ ਅਸੀਂ ਇਹਨਾਂ ਚੰਗੀਆਂ ਆਦਤਾਂ ਨੂੰ ਅਪਣਾਵਾਂਗੇ, ਇਹਨਾਂ ਆਦਤਾਂ ਕਰਕੇ, ਚੰਗਾ ਭੋਜਨ ਕਰਿਆ ਕਰਕੇ ਹੀ ਸਾਡੀ ਸਿਹਤ ਵਧੀਆ ਹੋਊਗੀ। ਜੇ ਸਾਡੀ ਆਪਣੀ ਸਿਹਤ ਵਧੀਆ ਹੋਊਗੀ ਤਾਂ ਹੀ ਅਸੀਂ ਕੁਝ ਚੰਗਾ ਕਰ ਸਕਾਂਗੇ, ਅਸੀਂ ਚੰਗਾ ਸੋਚ ਸਕਾਂਗੇ। ਤੇ ਜੇ ਅਸੀਂ ਖੁਦ ਆਪਣੇ ਬਾਰੇ ਚੰਗਾ ਸੋਚਾਂਗੇ ਤਾਂ ਅਸੀਂ ਦੂਜਿਆਂ ਦਾ ਵੀ ਭਲਾ ਕਰ ਸਕਾਂਗੇ। ਪਿਆਰੇ ਵਿਦਿਆਰਥੀਓ, ਜੇ ਕੋਈ ਖੁਦ ਹੀ ਬਿਮਾਰ ਹੋਊਗਾ ਕਿ ਉਹ ਦੂਜਿਆਂ ਦਾ ਭਲਾ ਕਰ ਸਕੂਗਾ? ਨਹੀਂ ਕਰ ਸਕੂਗਾ ਨਾ। ਇਸੇ ਕਰਕੇ ਸਭ ਤੋਂ ਸਾਡੀ ਮੁੱਢਲੀ ਲੋੜ ਆ, ਸਾਡੇ ਸਰੀਰ ਦੀ ਸਭ ਤੋਂ ਪਹਿਲੀ ਲੋੜ ਹੈ ਭੋਜਨ। ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਜਾਗਦੇ ਹੋ ਜਾਂ ਤੁਹਾਨੂੰ ਜਗਾਇਆ ਜਾਂਦਾ, ਤੁਹਾਡੇ ਮਾਤਾ ਪਿਤਾ ਤੁਹਾਨੂੰ ਸਵੇਰੇ ਉੱਠਦਿਆਂ ਪਾਣੀ ਦਾ ਗਲਾਸ ਜਾਂ ਦੁੱਧ ਦਾ ਗਲਾਸ ਜਾਂ ਕੁਝ ਵੀ ਤੁਹਾਨੂੰ ਪੀਣ ਲਈ ਦਿੰਦੇ ਨੇ। ਉਸ ਤੋਂ ਕੁਝ ਸਮੇਂ ਬਾਅਦ ਜੇ ਤੁਸੀਂ ਉੱਠ ਕੇ ਆਪਣੀ ਸੈਰ ਕਰਦੇ ਹੋ ਜਾਂ ਜ਼ਰੂਰੀ ਕੰਮ ਕਰਦੇ ਹੋ, ਥੋੜੇ ਸਮੇਂ ਬਾਅਦ ਫਿਰ ਤੁਹਾਨੂੰ ਭੁੱਖ ਲੱਗ ਜਾਂਦੀ ਹੈ, ਫਿਰ ਤੁਸੀਂ ਕੁਝ ਨਾ ਕੁਝ ਖਾਂਦੇ ਹੋ, ਫਿਰ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਕਰਨ ਲੱਗ ਜਾਂਦੇ ਹੋ ਜਾਂ ਘਰ ਦਾ ਕੰਮ ਕਰਦੇ ਹੋ। ਥੋੜੀ ਦੇਰ ਬਾਅਦ ਫਿਰ ਤੁਹਾਡਾ ਸਰੀਰ ਕਹਿੰਦਾ, ਹਾਂਜੀ ਮੈਨੂੰ ਹੁਣ ਊਰਜਾ ਦੀ ਲੋੜ ਆ, ਮੈਨੂੰ ਹੁਣ ਤਾਕਤ ਦੀ ਲੋੜ ਆ, ਤੇ ਫਿਰ ਤੁਸੀਂ ਕੋਈ ਨਾ ਕੋਈ ਚੀਜ਼ ਖਾਣੀ ਚਾਹੁੰਦੇ ਹੋ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਸਾਡਾ ਜਿਹੜਾ ਜੀਵਨ ਹੈ, ਚਾਹੇ ਇਕੱਲਾ ਸਾਡਾ ਹੀ ਜੀਵਨ ਨਹੀਂ, ਚਾਹੇ ਜੀਵ ਜੰਤੂ ਨੇ, ਚਾਹੇ ਵਨਸਪਤੀ ਆ, ਚਾਹੇ ਰੁੱਖ ਨੇ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਵੀ ਪਤਾ ਹੋਣਾ ਕਿ ਰੁੱਖਾਂ ਨੂੰ ਵੀ ਜਿਹੜੀ ਉਹਨਾਂ ਦਾ ਭੋਜਨ ਬਣਦਾ ਸੂਰਜ ਤੋਂ ਕਲੋਰੋਫਿਲ ਰਾਹੀਂ ਉਹ ਆਪਣਾ ਭੋਜਨ ਬਣਾਉਂਦੇ ਨੇ। ਇਸੇ ਤਰ੍ਹਾਂ ਸਾਡੇ ਜੀਵ ਜੰਤੂ ਨੇ, ਚਾਹੇ ਉਹ ਕੋਈ ਵੀ ਜਾਨਵਰ ਹੋਵੇ, ਚਾਹੇ ਉਹ ਕੀੜੀ ਤੋਂ ਲੈ ਕੇ ਹਾਥੀ ਤੱਕ, ਕੋਈ ਵੱਡਾ ਹੈ, ਕੋਈ ਛੋਟਾ ਹੈ, ਹਰ ਇੱਕ ਨੂੰ ਭੋਜਨ ਚਾਹੀਦਾ। ਤੁਸੀਂ ਵੇਖਿਆ ਹੋਣਾ ਭੋਜਨ ਦੀ ਤਲਾਸ਼ ਵਿੱਚ ਕਿਸ ਤਰ੍ਹਾਂ ਕੀੜੀਆਂ ਇੱਕ ਲਾਈਨ ਦੇ ਵਿੱਚ ਤੁਰੀਆਂ ਜਾਂਦੀਆਂ ਹੁੰਦੀਆਂ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਕੋਈ ਵੀ ਮਨੁੱਖ ਆਪਣੇ ਜੀਵਨ ਦੇ ਨਿਰਵਾਹ ਲਈ ਭੋਜਨ ਕਿਵੇਂ ਵੀ ਤਰ੍ਹਾਂ ਉਹ ਪ੍ਰਾਪਤ ਕਰ ਲੈਂਦਾ, ਪਰ ਪ੍ਰਾਪਤ ਕਰ ਲੈਣਾ ਹੀ ਸਾਡਾ ਮਨੁੱਖ ਦਾ ਇੱਕ ਕੰਮ ਨਹੀਂ ਹੁੰਦਾ। ਉਸ ਭੋਜਨ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਲਈ ਅੰਦਰ ਉਪਯੋਗੀ ਬਣਾਉਣਾ ਹੈ, ਕਿਸ ਤਰ੍ਹਾਂ ਭੋਜਨ ਨੂੰ ਖਾਣਾ ਹੈ ਜਿਸ ਨਾਲ ਉਹ ਸਾਡੇ ਸਰੀਰ ਲਈ ਉਪਯੋਗੀ ਵੀ ਹੋਵੇ। ਪਿਆਰੇ ਵਿਦਿਆਰਥੀਓ, ਬਹੁਤ ਸਾਰੀਆਂ ਭੋਜਨ ਪ੍ਰਤੀ ਚੰਗੀਆਂ ਆਦਤਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਸਾਡਾ ਜੀਵਨ ਆ, ਸਾਡਾ ਸਰੀਰ ਆ, ਬਹੁਤ ਸੋਹਣਾ ਹੋ ਜਾਂਦਾ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਕੁਝ ਲੋਕ ਬੁਰੀਆਂ ਆਦਤਾਂ ਵੀ ਅਪਣਾਉਂਦੇ ਨੇ ਭੋਜਨ ਦੇ ਲਈ, ਜਿਨ੍ਹਾਂ ਕਰਕੇ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਤੁਸੀਂ ਪਿਆਰੇ ਵਿਦਿਆਰਥੀਓ ਆਪਣੀ ਕਾਪੀ ਦੇ ਉੱਤੇ ਇਹ ਨੋਟ ਕਰ ਸਕਦੇ ਹੋ। ਇਸ ਗੱਲ ਨੂੰ ਤੁਸੀਂ ਜਦੋਂ ਆਪਣਾ ਇਹ ਪਾਠ ਸਮਾਪਤ ਹੋ ਜਾਏਗਾ, ਇਸ ਤੋਂ ਬਾਅਦ ਤੁਸੀਂ ਆਪਣਾ ਮੁਲਾਂਕਣ ਜ਼ਰੂਰ ਕਰਨਾ, ਕਿਉਂਕਿ ਕਈ ਵਾਰੀ ਆਪਾਂ ਇਹ ਗੱਲ ਬਾਅਦ ਵਿੱਚ ਆਪਣੇ ਮਾਈਂਡ ਵਿੱਚ ਨਹੀਂ ਰਹਿੰਦੀ। ਇਹ ਗੱਲ ਚਾਹੇ ਹੁਣੇ ਹੀ ਨੋਟ ਕਰ ਲਓ ਕਿ ਭੋਜਨ ਪ੍ਰਤੀ ਮੇਰੀਆਂ ਚੰਗੀਆਂ ਆਦਤਾਂ ਕਿਹੜੀਆਂ ਨੇ ਤੇ ਮੇਰੀਆਂ ਮਾੜੀਆਂ ਆਦਤਾਂ ਕਿਹੜੀਆਂ ਨੇ। ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਆਪਣੇ ਆਪ ਦਾ ਮੁਲਾਂਕਣ ਕਰਨਾ, ਆਪਣੇ ਆਪ ਨੂੰ ਸਮਝਾਉਣਾ
ਕਈ ਵਾਰੀ ਅਸੀਂ ਆਪਣੇ ਆਪ ਨੂੰ ਗੱਲ ਸਮਝਾਈ ਨਹੀਂ ਹੁੰਦੀ, ਤੇ ਇਸ ਕਰਨ ਦੇ ਨਾਲ ਸਾਡਾ ਆਪਣਾ ਜੇ ਫਾਇਦਾ ਨਹੀਂ ਹੋਊਗਾ ਪਿਆਰੇ ਵਿਦਿਆਰਥੀਓ, ਤਾਂ ਅਸੀਂ ਦੂਸਰੇ ਦਾ ਵੀ ਫਾਇਦਾ ਨਹੀਂ ਕਰ ਸਕਾਂਗੇ। ਇਸ ਕਰਕੇ ਤੁਸੀਂ ਆਪਣੀ ਕਾਪੀ ਤੇ ਜ਼ਰੂਰ ਨੋਟ ਕਰ ਲੈਣਾ ਕਿ ਮੇਰੀਆਂ ਖਾਣ ਪੀਣ ਸੰਬੰਧੀ ਕਿਹੜੀਆਂ ਆਦਤਾਂ ਨੇ। ਪਿਆਰੇ ਵਿਦਿਆਰਥੀਓ, ਖਾਣ ਪੀਣ ਬਾਰੇ ਆਪਾਂ ਹੋਰ ਵੀ ਗੱਲਾਂ ਕਰਨੀਆਂ ਨੇ, ਪਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਸਾਡੇ ਲਈ ਕਿਸ ਤਰ੍ਹਾਂ ਦਾ ਜਿਹੜਾ ਅਸੀਂ ਭੋਜਨ ਆ, ਕਿਸ ਤਰ੍ਹਾਂ ਦਾ ਭੋਜਨ ਸਾਨੂੰ ਖਾਣਾ ਚਾਹੀਦਾ। ਜਿਵੇਂ ਕਿ ਸਾਡੇ ਅਧਿਆਪਕ ਸਾਹਿਬਾਨ, ਸਾਡੇ ਡਾਕਟਰ ਸਾਹਿਬਾਨ ਸਾਨੂੰ ਕਹਿੰਦੇ ਨੇ ਸੰਤੁਲਿਤ ਭੋਜਨ ਸਾਨੂੰ ਖਾਣਾ ਚਾਹੀਦਾ। ਪਿਆਰੇ ਵਿਦਿਆਰਥੀਓ, ਸੰਤੁਲਿਤ ਭੋਜਨ ਤੋਂ ਭਾਵ ਸਾਡਾ ਇਹ ਹੁੰਦਾ ਕਿ ਉਹਦੇ ਵਿੱਚ ਜੋ ਸਾਡੇ ਸਰੀਰ ਲਈ ਪ੍ਰੋਟੀਨ ਜ਼ਰੂਰੀ ਨੇ, ਜੋ ਵਿਟਾਮਿਨ ਜ਼ਰੂਰੀ ਨੇ, ਜੋ ਕਾਰਬੋਹਾਈਡਰੇਟ ਜ਼ਰੂਰੀ ਨੇ, ਜੋ ਮਿਨਰਲ ਸਾਡੇ ਲਈ ਜ਼ਰੂਰੀ ਨੇ, ਉਹ ਸਾਰਾ ਕੁਝ ਸਾਡੇ ਸਰੀਰ ਨੂੰ ਮਿਲਣਾ ਚਾਹੀਦਾ, ਜਿਸ ਕਰਕੇ ਸਾਡੇ ਸਰੀਰ ਦਾ ਜਿਹੜਾ ਹਰੇਕ ਪੱਖ ਤੋਂ ਵਿਕਾਸ ਹੋਵੇਗਾ। ਕਿਉਂਕਿ ਕਈ ਵਾਰੀ ਅਸੀਂ ਇੱਕ ਜਾਂ ਦੋ ਚੀਜ਼ਾਂ ਨੂੰ ਵੱਧ ਮਾਤਰਾ 'ਚ ਖਾ ਲਾਂਗੇ, ਅਸੀਂ ਪ੍ਰੋਟੀਨ ਵੱਧ ਖਾ ਲਈ, ਉਹਦਾ ਨੁਕਸਾਨ ਹੋਵੇਗਾ। ਅਸੀਂ ਦੂਸਰੀ ਚੀਜ਼ ਘੱਟ ਖਾਵਾਂਗੇ, ਉਹਦਾ ਵੀ ਨੁਕਸਾਨ ਹੋਵੇਗਾ। ਇਸ ਕਰਕੇ ਸਾਨੂੰ ਇੱਕ ਬੈਲੈਂਸ ਡਾਈਟ, ਜਿਵੇਂ ਕਿਹਾ ਜਾਂਦਾ ਵੀ ਸੰਤੁਲਿਤ ਭੋਜਨ ਖਾਣਾ ਚਾਹੀਦਾ। ਸੰਤੁਲਿਤ ਭੋਜਨ ਦੇ ਵਿੱਚ ਪਿਆਰੇ ਵਿਦਿਆਰਥੀਓ, ਜਿਵੇਂ ਕਿ ਸਾਡੇ ਡਾਕਟਰ ਸਾਹਿਬਾਨ ਸਾਨੂੰ ਕਹਿੰਦੇ ਨੇ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ। ਪਿਆਰੇ ਵਿਦਿਆਰਥੀਓ, ਅਗਲੀ ਗੱਲ ਆਪਾਂ ਇਸ ਤੋਂ ਬਾਅਦ ਕਰਾਂਗੇ। ਪਹਿਲਾਂ ਸਾਡੇ ਕੁਝ ਵਿਦਿਆਰਥੀਆਂ ਨੇ ਹਰੀਆਂ ਸਬਜ਼ੀਆਂ ਬਾਰੇ ਇੱਕ ਗੀਤ ਤਿਆਰ ਕੀਤਾ, ਪਹਿਲਾਂ ਤੁਸੀਂ ਉਹ ਗੀਤ ਸੁਣੋ, ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਜੋ ਪੀਜੇ 버ਗਰ ਖਾਂਦੇ, ਜੋ ਪੀਜੇ 버ਗਰ ਖਾਂਦੇ, ਰੋਗਾਂ ਨੂੰ ਕੋਲ ਬੁਲਾਉਂਦੇ। ਜੋ ਪੀਜੇ 버ਗਰ ਖਾਂਦੇ, ਰੋਗਾਂ ਨੂੰ ਕੋਲ ਬੁਲਾਉਂਦੇ। ਕੋਈ ਇਹਨਾਂ ਨੂੰ ਸਮਝਾਓ, ਕੋਈ ਇਹਨਾਂ ਨੂੰ ਸਮਝਾਓ ਬਈ ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ। ਇਹ ਡਾਕਟਰ ਸਾਹਿਬ ਦਾ ਕਹਿਣਾ ਸਾਨੂੰ ਚਾਹੀਦਾ ਮੰਨ ਲੈਣਾ। ਇਹ ਡਾਕਟਰ ਸਾਹਿਬ ਦਾ ਕਹਿਣਾ ਸਾਨੂੰ ਚਾਹੀਦਾ ਮੰਨ ਲੈਣਾ। ਰੋਗਾਂ ਨੂੰ ਦੂਰ ਭਜਾਓ, ਰੋਗਾਂ ਨੂੰ ਦੂਰ ਭਜਾਓ ਬਈ ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ। ਨਾ ਕਮੀ ਖੂਨ ਦੀ ਰਹਿੰਦੀ, ਹੱਡੀਆਂ ਵਿੱਚ ਤਾਕਤ ਪੈਂਦੀ। ਨਾ ਕਮੀ ਖੂਨ ਦੀ ਰਹਿੰਦੀ, ਹੱਡੀਆਂ ਵਿੱਚ ਤਾਕਤ ਪੈਂਦੀ। ਅੱਖਾਂ ਦੀ ਉਮਰ ਵਧਾਓ, ਅੱਖਾਂ ਦੀ ਉਮਰ ਵਧਾਓ ਬਈ ਹਰੀਆਂ ਸਬਜ਼ੀਆਂ ਖਾਓ, ਬਈ ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ, ਬਈ ਹਰੀਆਂ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਖਾਓ, ਬਈ ਹਰੀਆਂ ਸਬਜ਼ੀਆਂ ਖਾਓ। ਇਹ ਡਾਕਟਰ ਸਾਹਿਬ ਦਾ ਕਹਿਣਾ ਸਾਨੂੰ ਚਾਹੀਦਾ ਮੰਨ ਲੈਣਾ। ਹਰੀਆਂ ਸਬਜ਼ੀਆਂ ਖਾਓ, ਰੋਗਾਂ ਨੂੰ ਦੂਰ ਭਜਾਓ, ਰੋਗਾਂ ਨੂੰ ਦੂਰ ਭਜਾਓ। ਪਿਆਰੇ ਵਿਦਿਆਰਥੀਓ, ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਖਾਣਾ ਖਾਣਾ ਚਾਹੀਦਾ ਹੈ, ਕਿਉਂਕਿ ਸਾਡੇ ਡਾਕਟਰ ਸਾਹਿਬਾਨ ਵੀ, ਸਾਡੇ ਮਾਤਾ ਪਿਤਾ ਵੀ, ਸਾਡੇ ਅਧਿਆਪਕ ਸਾਹਿਬਾਨ ਵੀ ਪਿਆਰੇ ਵਿਦਿਆਰਥੀਓ ਇਸ ਗੱਲ ਤੇ ਵਾਰ-ਵਾਰ ਸਾਡੇ ਲਈ ਜ਼ੋਰ ਦਿੰਦੇ ਨੇ ਕਿ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਜਦੋਂ ਅਸੀਂ ਤੰਦਰੁਸਤ ਹੁੰਦੇ ਹਾਂ ਤਾਂ ਅਸੀਂ ਚੰਗਾ ਸੋਚਦੇ ਹਾਂ, ਚੰਗਾ ਕੰਮ ਕਰਦੇ ਹਾਂ, ਅਸੀਂ ਚੰਗੀ ਪੜ੍ਹਾਈ ਕਰ ਸਕਦੇ ਹਾਂ, ਅਸੀਂ ਚੰਗੇ ਕੰਮ ਕਰ ਸਕਦੇ ਹਾਂ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਿ ਅਸੀਂ ਖਾਣਾ ਕਿਸ ਤਰ੍ਹਾਂ ਦਾ ਖਾਣਾ ਹੈ। ਕਿਉਂਕਿ ਤੁਸੀਂ ਵੇਖਿਆ ਕਿ ਬਹੁਤ ਸਾਰੇ ਬੱਚੇ ਜਿਹੜੇ ਜਦੋਂ ਜੰਕ ਫੂਡ ਵੱਧ ਖਾਂਦੇ ਨੇ ਜਾਂ ਇਸ ਤਰ੍ਹਾਂ ਦਾ ਤਲਿਆ ਹੋਇਆ ਭੋਜਨ ਖਾਂਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਸਰੀਰ ਦਾ ਆਕਾਰ ਵੀ ਤੁਸੀਂ ਦੇਖ ਸਕਦੇ ਹੋ। ਕਈ ਬੱਚੇ ਇਸ ਤਰ੍ਹਾਂ ਦਾ ਖਾਣਾ ਖਾਣ ਕਰਕੇ ਬਹੁਤ ਮੋਟੇ ਹੋ ਜਾਂਦੇ ਨੇ ਜਾਂ ਬਹੁਤ ਕਮਜ਼ੋਰ ਹੋ ਜਾਂਦੇ ਨੇ ਜਾਂ ਉਹਨਾਂ ਵਿੱਚ ਜ਼ਿਆਦਾ ਤਾਕਤ ਨਹੀਂ ਹੁੰਦੀ। ਇਸ ਕਰਕੇ ਸਾਨੂੰ ਇਸ ਗੱਲ ਵੱਲ ਸਾਰਿਆਂ ਨੂੰ ਧਿਆਨ ਦੇਣਾ ਪਊਗਾ ਆਪਣੇ ਆਪ ਹੀ ਕਿ ਅਸੀਂ ਕਿਸ ਤਰ੍ਹਾਂ ਦਾ ਖਾਣਾ ਖਾਣਾ ਹੈ। ਇੱਕ ਵੱਡੀ ਗੱਲ ਹੈ, ਸਾਡੇ ਡਾਕਟਰ ਸਾਹਿਬਾਨ ਸਾਨੂੰ ਇਹ ਵੀ ਰਾਏ ਦਿੰਦੇ ਹਨ ਕਿ ਤੁਸੀਂ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਜਾਂ ਮੌਸਮੀ ਫਲ ਨੇ ਉਹਨਾਂ ਨੂੰ ਵੱਧ ਤੋਂ ਵੱਧ ਖਾਓ। ਕਿਉਂਕਿ ਕਈ ਵਾਰੀ ਪਿਆਰੇ ਵਿਦਿਆਰਥੀਓ, ਜਿਨ੍ਹਾਂ ਸਬਜ਼ੀਆਂ ਜਾਂ ਫਲਾਂ ਦਾ ਸਮਾਂ ਨਹੀਂ ਹੁੰਦਾ, ਅਸੀਂ ਜਾਣਬੁੱਝ ਕੇ ਕਈ ਵਾਰੀ ਦਿਖਾਉਣ ਲਈ ਜਾਂ ਕੋਈ ਹੋਰ ਕਾਰਨ ਕਰਕੇ ਉਹ ਚੀਜ਼ ਲਿਆ ਕੇ ਆਪਣੇ ਘਰ ਬਣਾਉਂਦੇ ਹਾਂ ਤਾਂ ਉਹਦੇ ਨਾਲ ਵੀ ਜਿਹੜਾ ਅਸੀਂ ਦੇਖਦੇ ਹਾਂ ਉਹਨਾਂ ਫਾਇਦਾ ਸਾਡੇ ਸਰੀਰ ਨੂੰ ਨਹੀਂ ਹੁੰਦਾ। ਕਿਉਂਕਿ ਮੰਨ ਲਵੋ ਹੁਣ ਸਰਦੀ ਦਾ ਮੌਸਮ ਆਉਣਾ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਗ, ਸ਼ਲਗਮ, ਮੂਲੀ, ਗਾਜਰ, ਮਟਰ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਨੇ, ਪਾਲਕ, ਧਨੀਆ। ਜੇ ਅਸੀਂ ਉਹ ਮੌਸਮ ਦੇ ਵਿੱਚ
ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਖਾਈਏ। ਤੇ ਇਸ ਤੋਂ ਬਾਅਦ ਜੇ ਉਦੋਂ ਗਰਮੀ ਦਾ ਮੌਸਮ ਹੁੰਦਾ ਪਿਆਰੇ ਵਿਦਿਆਰਥੀ, ਉਦੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਬਜ਼ੀਆਂ ਨੇ ਤੇ ਜਿਨ੍ਹਾਂ ਨੂੰ ਅਸੀਂ ਉਸ ਵੇਲੇ ਉਸ ਮੌਸਮ ਦੇ ਵਿੱਚ ਖਾਂਦੇ ਹੋਈਏ ਤਾਂ ਉਹ ਸਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀਆਂ ਨੇ। ਇਸੇ ਤਰ੍ਹਾਂ ਹੀ ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਫਲ ਸਾਡੇ ਸਰੀਰ ਲਈ ਕਿੰਨੇ ਫਾਇਦੇਮੰਦ ਹਨ। ਕੋਈ ਵੀ ਫਲ ਹੋਵੇ, ਜਿਹੜੇ ਫਲ ਸਾਡੇ ਲਈ ਮੌਸਮੀ ਫਲ ਅਗਰ ਅਸੀਂ ਖਾਂਦੇ ਹਾਂ ਜਾਂ ਉਹਨਾਂ ਦਾ ਜੂਸ ਲੈਂਦੇ ਹਾਂ, ਸਾਡੇ ਸਰੀਰ ਲਈ ਉਹਨਾਂ ਦੀ ਵੀ ਬਹੁਤ ਜ਼ਰੂਰਤ ਹੈ। ਸਾਡੇ ਸਰੀਰ ਨੂੰ ਊਰਜਾ ਚਾਹੀਦੀ ਹੈ। ਅਗਰ ਸਾਡੇ ਸਰੀਰ ਨੂੰ ਸਹੀ ਊਰਜਾ ਮਿਲਦੀ ਹੈ, ਸਹੀ ਭੋਜਨ ਮਿਲਦਾ ਹੈ ਤਾਂ ਇਹ ਵਧੀਆ ਕੰਮ ਕਰ ਸਕਦਾ ਹੈ, ਇਹ ਵਧੀਆ ਪੜ੍ਹਾਈ ਕਰ ਸਕਦਾ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਗੱਲ ਸੰਤੁਲਿਤ ਭੋਜਨ ਦੀ। ਤੁਸੀਂ ਆਪਣੀ ਕਾਪੀ ਦੇ ਉੱਤੇ ਸੰਤੁਲਿਤ ਭੋਜਨ ਦਾ ਇੱਕ ਚਾਰਟ ਜ਼ਰੂਰ ਬਣਾਉਣਾ, ਜਿਹਦੇ ਵਿੱਚ ਤੁਸੀਂ ਲਿਖਣਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਨੇ। ਤੁਸੀਂ ਆਪਣੇ ਅਧਿਆਪਕ ਸਾਹਿਬਾਨ ਦੀ ਵੀ ਮਦਦ ਲੈ ਸਕਦੇ ਹੋ। ਤੇ ਇਸ ਤੋਂ ਬਿਨਾਂ ਤੁਹਾਡੀ ਕਿਤਾਬ ਦੇ ਵਿੱਚ ਵੀ ਇਹਨਾਂ ਫਲ ਤੇ ਸਬਜ਼ੀਆਂ ਬਾਰੇ ਲਿਖਿਆ ਹੋਇਆ ਹੈ ਕਿ ਸਾਡੇ ਖਾਣ ਪੀਣ ਲਈ ਕਿਹੜੀਆਂ ਚੀਜ਼ਾਂ ਸਾਡੇ ਲਈ ਜ਼ਿਆਦਾ ਵਧੀਆ ਹਨ। ਜਿਸ ਤਰ੍ਹਾਂ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਦੁੱਧ ਪੀਣ ਨੂੰ ਹੈ, ਉਹ ਵੱਧ ਤੋਂ ਵੱਧ ਉਹਨਾਂ ਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ, ਕਿਉਂਕਿ ਦੁੱਧ ਦੇ ਵਿੱਚ ਬਹੁਤ ਸਾਰੇ ਅਜਿਹੇ ਤੱਤ ਹਨ ਜਿਹੜੇ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ। ਇਸ ਤਰ੍ਹਾਂ ਤੁਸੀਂ ਆਪਣੀ ਕਾਪੀ ਦੇ ਉੱਤੇ ਅੱਜ ਇਹ ਲਿਖ ਕੇ ਜ਼ਰੂਰ ਵੇਖਿਓ ਕਿ ਤੁਸੀਂ ਕੀ ਖਾਂਦੇ ਹੋ। ਜਿਵੇਂ ਜ਼ਿਆਦਾਤਰ ਪੰਜਾਬ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ ਬੱਚੇ ਆ ਜਿਹੜੇ, ਉਹਨਾਂ ਦੇ ਘਰਾਂ ਵਿੱਚ ਕਣਕ ਦੀ ਰੋਟੀ ਬਣਦੀ ਹੈ। ਸਮੇਂ ਦੇ ਨਾਲ ਕੁਝ ਨਾ ਕੁਝ ਤਬਦੀਲੀਆਂ ਜ਼ਰੂਰ ਆ ਜਾਂਦੀਆਂ ਨੇ ਸਾਡੇ ਖਾਣ ਪੀਣ ਦੇ ਵਿੱਚ। ਸੋ ਤੁਸੀਂ ਹੁਣ ਜ਼ਰੂਰ ਆਪਣੀ ਕਾਪੀ ਦੇ ਉੱਤੇ ਲਿਖ ਕੇ ਇਹ ਦੇਖਣਾ ਕਿ ਸਾਡੇ ਘਰ ਦੇ ਵਿੱਚ ਜੋ ਖਾਣਾ ਬਣਦਾ ਹੈ ਕਿ ਉਹ ਸੰਤੁਲਿਤ ਭੋਜਨ ਹੈ। ਅਗਰ ਉਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਘਾਟ ਰਹਿੰਦੀ ਹੈ ਤਾਂ ਤੁਸੀਂ ਆਪਣੇ ਮਾਤਾ ਪਿਤਾ ਨਾਲ ਇਸ ਬਾਰੇ ਗੱਲ ਕਰਕੇ ਉਸ ਨੂੰ ਬਦਲਣਾ ਜ਼ਰੂਰ ਹੈ, ਕਿਉਂਕਿ ਅਸੀਂ ਆਪਣੇ ਖਾਣੇ ਦਾ ਚਾਰਟ ਤੁਸੀਂ ਆਪਣੀ ਮਦਦ ਦੇ ਨਾਲ ਆਪਣੇ ਘਰਦਿਆਂ ਨੂੰ ਦੱਸੋਗੇ ਤਾਂ ਜ਼ਰੂਰ ਉਹ ਇਸ ਗੱਲ ਨੂੰ ਚੇਂਜ ਕਰਨਗੇ, ਜਿਹੜਾ ਕਿ ਤੁਹਾਡੇ ਸਰੀਰ ਲਈ, ਤੁਹਾਡੇ ਮਾਤਾ ਪਿਤਾ ਲਈ ਫਾਇਦੇਮੰਦ ਹੈ। ਪਿਆਰੇ ਵਿਦਿਆਰਥੀਓ, ਕਿਉਂਕਿ ਤੁਸੀਂ ਹੁਣ ਸਕੂਲ ਦੇ ਵਿੱਚ ਪੜ੍ਹਦੇ ਹੋ, ਤੁਹਾਨੂੰ ਉਹਨਾਂ ਗੱਲਾਂ ਦਾ ਗਿਆਨ ਹੈ, ਇਸ ਕਰਕੇ ਤੁਸੀਂ ਇਸ ਗਿਆਨ ਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਹੈ। ਬਹੁਤ ਵਾਰੀ ਦੇਖਿਆ ਹੈ ਅਸੀਂ ਸਕੂਲ ਦੇ ਵਿੱਚ ਵੀ ਸਾਡੇ ਵਿਦਿਆਰਥੀ, ਜਿਵੇਂ ਹੁਣ ਆਪਣੇ ਸਕੂਲ ਦੇ ਵਿੱਚ ਮਿਡ ਡੇ ਮੀਲ ਬਣਦਾ, ਬਹੁਤ ਵਿਦਿਆਰਥੀ ਕਈ ਵਾਰ ਜਦੋਂ ਅਸੀਂ ਸਕੂਲ ਮਿਡ ਡੇ ਮੀਲ ਬੱਚਿਆਂ ਨੂੰ ਵੰਡਦੇ ਹੁੰਦੇ ਆ ਤਾਂ ਉਹ ਖਾਣਾ ਨਹੀਂ ਖਾਂਦੇ। ਉਹ ਕਹਿ ਦਿੰਦੇ ਆ ਮੈਂ ਘਰੋਂ ਲੈ ਕੇ ਆਇਆ ਜਾਂ ਘਰੋਂ, ਕਿਉਂਕਿ ਉਹ ਇੱਕੋ ਹੀ ਤਰ੍ਹਾਂ ਦਾ ਖਾਣਾ ਬਾਰ-ਬਾਰ ਖਾਈ ਜਾਂਦੇ ਨੇ। ਪਿਆਰੇ ਵਿਦਿਆਰਥੀਓ, ਜਿਹੜਾ ਕਿ ਤੁਹਾਡੇ ਸਕੂਲ ਦੇ ਵਿੱਚ ਮਿਡ ਡੇ ਮੀਲ ਬਣਦਾ, ਉਸ ਦੇ ਵਿੱਚ ਸਾਡੇ ਜੋ ਸਿਹਤ ਬਾਰੇ ਮਾਹਰ ਨੇ, ਉਹਨਾਂ ਨੇ ਬੜਾ ਸੋਚ ਸਮਝ ਕੇ ਤੁਹਾਡਾ ਮੀਨੂ ਬਣਾਇਆ ਹੈ ਕਿ ਅੱਜ ਬੱਚੇ ਨੂੰ ਕੜੀ ਚੌਲ ਦੇਣੇ ਹਨ, ਅੱਜ ਬੱਚੇ ਨੂੰ ਦਾਲ ਰੋਟੀ ਦੇਣੀ ਹੈ, ਅੱਜ ਸਬਜ਼ੀ ਦੇਣੀ ਹੈ। ਉਹ ਖਾਣਾ ਤੁਸੀਂ ਜ਼ਰੂਰ ਖਾਣਾ ਹੈ। ਇਸ ਦੇ ਨਾਲ ਇੱਕ ਤਾਂ ਜਦੋਂ ਤੁਸੀਂ ਉੱਥੇ ਬੈਠ ਕੇ ਖਾਂਦੇ ਹੋ, ਸਾਨੂੰ ਪਤਾ ਲੱਗਦਾ ਸੀ ਕਿਵੇਂ ਬਾਕੀ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਖਾਣਾ। ਇੱਕ ਤਾਂ ਅਸੀਂ ਇਹ ਸਿੱਖਦੇ ਹਾਂ। ਦੂਸਰਾ, ਉਹਦੇ ਵਿੱਚ ਜੋ ਸਾਡੇ ਜ਼ਰੂਰੀ ਤੱਤ ਨੇ ਸੰਤੁਲਿਤ ਭੋਜਨ ਦੇ, ਉਹ ਤੁਹਾਨੂੰ ਸਾਰੇ ਉਹ ਤੱਤ ਮਿਲਦੇ ਨੇ। ਇਸ ਕਰਕੇ ਪਿਆਰੇ ਵਿਦਿਆਰਥੀਓ, ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜੋ ਸਾਡੇ ਸਰੀਰ ਲਈ ਸੰਤੁਲਿਤ ਭੋਜਨ ਦੀ ਗੱਲ ਸਾਨੂੰ ਦੱਸੀ ਜਾਂਦੀ ਹੈ, ਉਸ ਦੀ ਆਦਤ ਅਸੀਂ ਹੁਣ ਤੋਂ ਹੀ ਪਾ ਲੈਣੀ ਹੈ, ਕਿਉਂਕਿ ਅਜੇ ਤੁਸੀਂ ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਹੋ ਜਾਂ ਸਕੂਲ ਵਿੱਚ ਪੜ੍ਹਦੇ ਹੋ। ਜਦੋਂ ਤੁਸੀਂ ਵੱਡੇ ਹੋ ਜਾਵੋਗੇ, ਆਦਤਾਂ ਤੁਹਾਡੇ ਨਾਲ ਸਾਰੀ ਜ਼ਿੰਦਗੀ ਰਹਿਣਗੀਆਂ। ਜੇ ਤੁਹਾਡੇ ਕੋਲ ਚੰਗੀਆਂ ਆਦਤਾਂ ਹੋਣਗੀਆਂ ਤਾਂ ਤੁਸੀਂ ਅੱਗੇ ਵੀ ਇਹ ਆਦਤਾਂ ਜਿਹੜੀਆਂ ਵੰਡੋਗੇ ਆਪਣੇ ਨਾਲ ਦੇ ਸਾਥੀਆਂ ਕੋਲ ਜਾਂ ਸਮਾਜ ਦੇ ਵਿੱਚ ਜਿੱਥੇ ਵੀ ਜਾਵੋਗੇ, ਤੁਸੀਂ ਇਹ ਆਦਤਾਂ ਜ਼ਰੂਰ ਦੇਵੋਗੇ, ਕਿਉਂਕਿ ਇੱਕ ਵਧੀਆ ਭੋਜਨ ਨਾਲ ਹੀ ਅਸੀਂ ਅੱਗੇ ਵਧੀਆ ਇਨਸਾਨ ਬਣ ਸਕਦੇ ਹਾਂ, ਸਾਡੀ ਵਧੀਆ ਸਿਹਤ ਬਣ ਸਕਦੀ ਹੈ। ਕਿਉਂਕਿ ਸਭ ਤੋਂ ਵੱਧ ਜ਼ਰੂਰੀ ਹੈ ਚੰਗੀ ਸਿਹਤ। ਇਸ ਤੋਂ ਬਾਅਦ ਸਾਡੇ ਕੋਲ ਅਗਲੀਆਂ ਗੱਲਾਂ ਆਉਂਦੀਆਂ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਤਾਂ ਹੋਈ ਗੱਲ ਸੰਤੁਲਿਤ ਭੋਜਨ ਦੀ। ਕੀ ਖਾਣਾ ਚਾਹੀਦਾ ਹੈ ਸਾਨੂੰ, ਕੀ ਨਹੀਂ ਖਾਣਾ ਚਾਹੀਦਾ, ਇਹ ਤੁਸੀਂ ਜ਼ਰੂਰ ਆਪਣੀ ਕਾਪੀ ਦੇ ਉੱਤੇ ਅੱਜ ਚਾਰਟ ਬਣਾ ਕੇ ਆਪਣਾ ਮੁਲਾਂਕਣ ਆਪ ਕਰ ਲੈਣਾ ਕਿ ਮੈਂ ਕੀ ਖਾਣਾ, ਕੀ ਮੈਨੂੰ ਖਾਣਾ ਚਾਹੀਦਾ। ਹੁਣ ਆਪਾਂ ਅੱਗੇ ਗੱਲ ਕਰੀਏ ਕਿ ਖਾਣਾ ਕਿਵੇਂ ਆ। ਖਾਣਾ ਤੁਹਾਡੇ ਘਰ ਆ ਗਿਆ, ਸਾਡੇ ਘਰ ਜੋ ਵੀ ਚੀਜ਼ ਅਸੀਂ ਖਾਂਦੇ ਹਾਂ ਉਹ ਪਈ ਹੈ, ਪਰ ਉਸ ਨੂੰ ਖਾਣਾ ਕਿਵੇਂ ਆ, ਉਸ ਦੇ ਲਈ ਵੀ ਸਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਜਿਹੜੀਆਂ ਕਿ ਸਾਡੇ ਲਈ ਬਹੁਤ ਜ਼ਰੂਰੀ ਨੇ। ਤੁਸੀਂ ਦੇਖੋ, ਕਈ ਵਾਰੀ ਬਹੁਤ ਵਧੀਆ ਖਾਣਾ ਬਣਿਆ ਹੋਵੇ ਪਰ ਉਹ ਵਧੀਆ ਭਾਂਡਿਆਂ ਵਿੱਚ ਨਾ ਪਰੋਸਿਆ ਹੋਵੇ, ਚੰਗੀ ਤਰ੍ਹਾਂ ਨਾ ਪਰੋਸਿਆ ਹੋਵੇ, ਤਾਂ ਸਾਡਾ ਖਾਣ ਨੂੰ ਮਨ ਨਹੀਂ ਕਰਦਾ ਨਾ। ਇਸੇ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੇ ਖਾਣੇ ਦੇ ਵਿੱਚ ਯੋਗਦਾਨ ਆ। ਤੁਸੀਂ ਕਿਸੇ ਵੱਡੇ ਪ੍ਰੋਗਰਾਮ ਤੇ ਜਾਂਦੇ ਹੋ ਜਾਂ ਕਿਤੇ ਵਿਆਹ ਤੇ ਜਾਂਦੇ ਹੋ, ਤੁਸੀਂ ਦੇਖੋ ਉਹਨਾਂ ਨੇ ਕਿੰਨਾ ਸੋਹਣਾ ਬਣਾ ਕੇ ਖਾਣਾ ਰੱਖਿਆ ਹੁੰਦਾ। ਜਾਂ ਕਈ ਘਰਾਂ ਵਿੱਚ ਆਪਾਂ ਵੇਖਦੇ ਹਾਂ ਕਿ ਕਿੰਨੇ ਵਧੀਆ ਢੰਗ ਨਾਲ ਤੁਹਾਡੇ ਮਾਤਾ ਜੀ ਜਦੋਂ ਰੋਟੀ ਪਕਾਉਂਦੇ ਨੇ ਤੇ ਉਹਨਾਂ ਨੇ ਰੋਟੀਆਂ ਅਲੱਗ ਰੱਖੀਆਂ ਹੁੰਦੀਆਂ ਤੇ ਇਸੇ ਤਰ੍ਹਾਂ ਦਾਲ ਸਬਜ਼ੀ ਅਲੱਗ ਰੱਖੀ ਹੁੰਦੀ ਆ। ਇੱਥੋਂ ਤੇ ਸ਼ੁਰੂ ਹੋ ਜਾਂਦਾ ਆਪਣਾ ਕੰਮ ਪਿਆਰੇ ਵਿਦਿਆਰਥੀਓ। ਇਸ ਤੋਂ ਪਹਿਲਾਂ ਜਦੋਂ ਤੁਹਾਡੇ ਘਰ ਅਗਰ ਕੋਈ ਸਬਜ਼ੀ ਤੁਸੀਂ ਬਾਜ਼ਾਰ ਚੋਂ ਖਰੀਦ ਕੇ ਲਿਆਉਂਦੇ ਹੋ ਤਾਂ ਉਹ ਸਬਜ਼ੀ ਨੂੰ ਚੰਗੀ ਤਰ੍ਹਾਂ ਤੁਸੀਂ ਧੋਣਾ, ਕਿਉਂਕਿ ਬਹੁਤ ਸਾਰੀਆਂ ਉਹਨਾਂ ਤੇ ਕਈ ਵਾਰ ਦਵਾਈਆਂ ਦਾ ਛਿੜਕਾਅ ਕੀਤਾ ਹੁੰਦਾ। ਉਸ ਨੂੰ ਕਈ ਵਾਰ ਤੁਸੀਂ ਧੋਣਾ। ਅਗਰ ਤੁਹਾਡੇ ਮਾਤਾ ਜੀ ਜਾਂ ਤੁਹਾਡੇ ਕੋਈ ਵੀ ਖਾਣਾ ਬਣਾਉਂਦਾ ਤਾਂ ਤੁਸੀਂ ਉਸ ਦੀ ਮਦਦ ਜ਼ਰੂਰ ਕਰੋ। ਜਦੋਂ ਅਸੀਂ ਕਿਸੇ ਦੀ ਖਾਣਾ ਬਣਾਉਣ ਵੇਲੇ ਜਾਂ ਖਾਣਾ ਤਿਆਰ ਕਰਨ ਵੇਲੇ ਮਦਦ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ
ਖਾਣਾ ਬਣਦਾ ਕਿਵੇਂ ਆ। ਕਈ ਬੱਚੇ ਜਦੋਂ ਟੇਬਲ ਤੇ ਖਾਣਾ ਆਉਂਦਾ ਤਾਂ ਉਸ ਵੇਲੇ ਬੈਠ ਕੇ ਜਿਹੜੇ ਨਖਰੇ ਕਰਦੇ ਆ ਕਿ ਮੈਂ ਆਹ ਚੀਜ਼ ਇੱਦਾਂ ਖਾਣੀ ਆ, ਨਹੀਂ ਖਾਣੀ, ਤਾਂ ਉਹਨਾਂ ਨੂੰ ਫਿਰ ਅਹਿਸਾਸ ਹੁੰਦਾ ਵੀ ਖਾਣਾ ਇੱਥੋਂ ਤੱਕ ਆਉਂਦਾ ਕਿਵੇਂ ਆ। ਇਸ ਕਰਕੇ ਇਸ ਗੱਲ ਲਈ ਸਾਨੂੰ ਆਪ ਸਹਾਇਤਾ ਕਰਨੀ ਚਾਹੀਦੀ ਆ ਆਪਣੇ ਮਾਤਾ ਜੀ ਨਾਲ, ਆਪਣੇ ਘਰਦਿਆਂ ਨਾਲ। ਪਹਿਲਾਂ ਤੁਸੀਂ ਜੋ ਵੀ ਸਬਜ਼ੀ ਜਾਂ ਦਾਲ ਜੋ ਵੀ ਬਣਾਉਣੀ ਆ ਉਸ ਨੂੰ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰਨਾ, ਕਿਉਂਕਿ ਅਗਰ ਉਹਦੇ ਵਿੱਚ ਕੋਈ ਵੀ ਬੈਕਟੀਰੀਆ ਜਾਂ ਇਸ ਤਰ੍ਹਾਂ ਦੀ ਚੀਜ਼ ਉਹਦੇ ਵਿੱਚ ਲੱਗੀ ਰਹਿ ਗਈ, ਉਹ ਤੁਸੀਂ ਖਾ ਲਈ, ਤਾਂ ਉਹਦੇ ਨਾਲ ਸਾਡਾ ਪੇਟ ਖਰਾਬ ਹੋਏਗਾ ਤੇ ਪੇਟ ਖਰਾਬ ਹੋਣ ਨਾਲ ਸਾਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਸਫਾਈ ਦੀ ਘਾਟ ਕਰਕੇ, ਖਾਣਾ ਖਾਣ ਦੀਆਂ ਆਦਤਾਂ ਵਿੱਚ ਸਫਾਈ ਦੀ ਘਾਟ ਕਰਕੇ ਬਿਮਾਰ ਹੁੰਦੇ ਨੇ ਤੇ ਬਿਮਾਰੀ ਅੱਗੋਂ ਹੋਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਾਡੀ ਮੁੱਖ ਲੋੜ ਆ ਕਿ ਜੋ ਵੀ ਤੁਸੀਂ ਬਣਾਉਣਾ ਹੈ ਉਹਦੀ ਸਫਾਈ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਉਸ ਚੀਜ਼ ਨੂੰ, ਜਿਹੜਾ ਵੀ ਤੁਸੀਂ ਸਬਜ਼ੀ ਲੈ ਕੇ ਆਉਂਦੇ ਹੋ, ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਹੀ ਤੁਸੀਂ ਉਸ ਨੂੰ ਰਸੋਈ ਦੇ ਵਿੱਚ ਲਿਆ ਕੇ ਆਪਣੇ ਮਾਤਾ ਪਿਤਾ ਜੀ ਜਦੋਂ ਵੀ ਉਸ ਨੂੰ ਕੱਟ ਕੇ ਬਣਾ ਲੈਂਦੇ ਹਨ। ਪਿਆਰੇ ਵਿਦਿਆਰਥੀਓ, ਖਾਣਾ ਤਿਆਰ ਹੋਣ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਕਿ ਉਸ ਖਾਣੇ ਨੂੰ ਅਸੀਂ ਖਾਂਦੇ ਕਿਵੇਂ ਆ, ਅਸੀਂ ਕਿੱਥੇ ਬੈਠ ਕੇ ਖਾਂਦੇ ਹਾਂ। ਕਈ ਵਾਰ ਵੇਖਿਆ ਵੀ ਸਾਡੇ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਕੁਝ ਬੱਚੇ ਤੇ ਕੁਝ ਵੱਡੇ ਵੀ, ਉਹਨਾਂ ਦਾ ਕੋਈ ਥਾਂ ਨਹੀਂ ਹੁੰਦਾ। ਕਈ ਵਾਰ ਤੁਰੇ ਜਾਂਦੇ ਜਾਂਦੇ ਉਹ, ਜਿਵੇਂ ਬੱਚੇ ਆਪਾਂ ਵੇਖਿਆ ਵੀ ਰੋਟੀ ਉਹਨਾਂ ਨੇ ਫੜੀ ਹੁੰਦੀ ਹੈ ਤੇ ਖਾਂਦੇ ਖਾਂਦੇ ਤੁਰੇ ਜਾ ਰਹੇ ਹੁੰਦੇ ਨੇ। ਕੀ ਇੱਕ ਸਹੀ ਢੰਗ ਆ ਪਿਆਰੇ ਵਿਦਿਆਰਥੀਓ? ਇਹ ਸਭ ਤੋਂ ਇਦਾਂ ਦੇ ਗਲਤ ਢੰਗ ਨੇ, ਕਿਉਂਕਿ ਖਾਣਾ ਸਾਡੇ ਸਰੀਰ ਲਈ ਸਭ ਤੋਂ ਵੱਡੀ ਚੀਜ਼ ਆ, ਮੁੱਖ ਲੋੜ ਆ। ਜਿਵੇਂ ਕਿ ਸਾਡੇ ਰਿਸ਼ੀ, ਸਾਡੇ ਪੀਰ ਫਕੀਰ ਕਿਹਾ ਕਰਦੇ ਸੀ ਕਿ ਖਾਣੇ ਤੋਂ ਪਹਿਲਾਂ ਤੁਸੀਂ ਬੈਠ ਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਤੇ ਧੰਨਵਾਦ ਕਰਨਾ ਉਸ ਧਰਤੀ ਦਾ, ਉਸ ਪ੍ਰਕਿਰਤੀ ਦਾ, ਜਿਸ ਕਰਕੇ ਸਾਨੂੰ ਇਹ ਖਾਣਾ ਮਿਲਿਆ, ਜਿਸ ਕਰਕੇ ਸਾਡੇ ਖਾਣਾ ਸਾਹਮਣੇ ਆਇਆ। ਉਸ ਤੋਂ ਬਾਅਦ ਸਾਡਾ ਅਗਲਾ ਫਰਜ਼ ਬਣਦਾ ਹੈ ਕਿ ਅਸੀਂ ਕਿੱਥੇ ਬੈਠ ਕੇ ਖਾਂਦੇ ਹਾਂ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਅਗਰ ਤੁਹਾਡੇ ਕੋਲ ਇੱਕ ਮੇਜ਼ ਤੇ ਇੱਕ ਕੁਰਸੀ ਲੱਗੇ ਹੋਏ ਨੇ ਜਿੱਥੇ ਤੁਹਾਡਾ ਬੈਠਣ ਦਾ ਢੰਗ ਸਹੀ ਆ, ਤਾਂ ਉੱਥੇ ਬੈਠ ਕੇ ਅਗਰ ਤੁਸੀਂ ਖਾਣਾ ਖਾਂਦੇ ਹੋ, ਤੇ ਦੂਸਰਾ ਢੰਗ ਅਗਰ ਤੁਸੀਂ ਖੜੇ ਹੋ ਕੇ ਖਾਂਦੇ ਹੋ ਜਿੱਥੇ ਤੁਹਾਡੇ ਲਈ ਨਾ ਤੁਸੀਂ ਆਸਾਨੀ ਨਾਲ ਕੋਈ ਥਾਲੀ ਫੜ ਸਕਦੇ ਹੋ, ਨਾ ਆਸਾਨੀ ਨਾਲ ਬੁਰਕੀ ਲੈ ਸਕਦੇ ਹੋ, ਉਸ ਥਾਂ ਨਾਲੋਂ ਤੁਹਾਡੇ ਲਈ ਇੱਕ ਟੇਬਲ ਤੇ ਚੇਅਰ, ਜਿਸ ਤਰ੍ਹਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਖਾਣ ਵੇਲੇ ਬੈਂਚ ਲੱਗੇ ਹੋਏ ਨੇ, ਉੱਥੇ ਬੈਠ ਕੇ ਤੁਸੀਂ ਖਾਣਾ ਖਾਣਾ ਹੈ। ਤੇ ਬਹੁਤ ਸਾਰੇ ਬੱਚੇ ਜਿਹੜੇ ਖਾਣਾ ਖਾਣ ਵੇਲੇ ਆਪਣੇ ਕੋਲ ਕੋਈ ਨਾ ਕੋਈ ਕੱਪੜਾ ਜ਼ਰੂਰ ਰੱਖਦੇ ਹਨ। ਇੱਕ ਬਹੁਤ ਵਧੀਆ ਆਦਤ ਆ, ਕਿਉਂਕਿ ਤੁਸੀਂ ਖਾਣਾ ਖਾਂਦੇ ਆ, ਕਈ ਵਾਰ ਤੁਹਾਨੂੰ ਕਿਸੇ ਵੀ ਕੱਪੜੇ ਦੀ ਲੋੜ ਪੈ ਸਕਦੀ ਹੈ, ਤੁਸੀਂ ਆਪਣਾ ਹੱਥ ਸਾਫ਼ ਕਰ ਸਕਦੇ ਹੋ। ਪਿਆਰੇ ਵਿਦਿਆਰਥੀਓ, ਖਾਣਾ ਖਾਣ ਵੇਲੇ ਪਹਿਲਾਂ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਕਈ ਵਿਦਿਆਰਥੀ ਜਦੋਂ ਖਾਣਾ ਖਾਂਦੇ ਨੇ, ਆਪਾਂ ਗੀਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਉਹ ਖਾਣਾ ਵੀ ਖਾਈ ਜਾਂਦੇ ਆ, ਉਹ ਗੱਲਾਂ ਵੀ ਕਰੀ ਜਾਂਦੇ ਆ। ਤੇ ਕਈ ਵਿਦਿਆਰਥੀ ਸਾਡੇ ਅੱਜ ਕੱਲ੍ਹ ਖਾਣਾ ਖਾਂਦੇ ਖਾਂਦੇ ਟੀਵੀ ਦੇਖੀ ਜਾਂਦੇ ਆ। ਜਦੋਂ ਅਸੀਂ ਟੀਵੀ ਦੇਖਦੇ ਦੇਖਦੇ ਖਾਣਾ ਖਾਂਦੇ ਆ ਤਾਂ ਉਸ ਵੇਲੇ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਵੱਧ ਵੀ ਖਾ ਜਾਂਦੇ ਆ, ਅਸੀਂ ਘੱਟ ਵੀ ਖਾ ਜਾਂਦੇ ਆ। ਇਸ ਕਰਕੇ ਇੱਕ ਬਹੁਤ ਪਵਿੱਤਰ ਚੀਜ਼ ਆ ਸਾਡਾ ਖਾਣਾ। ਸਾਨੂੰ ਉਸ ਵੇਲੇ ਜੇ ਅਸੀਂ ਹੋ ਸਕੇ ਆਪਣਾ ਟੀਵੀ ਜਾਂ ਕੋਈ ਵੀ ਸਾਡਾ ਮੋਬਾਈਲ ਦੇ ਸਾਹਮਣੇ ਅਸੀਂ ਲਾ ਕੇ ਕੋਈ ਚੀਜ਼ ਵੇਖਦੇ ਹਾਂ, ਅਗਰ ਉਹ ਬੰਦ ਕਰ ਦਈਏ, ਸਾਡਾ ਸਾਰਾ ਧਿਆਨ ਅਗਰ ਸਾਡੇ ਖਾਣੇ ਤੇ ਹੋਵੇਗਾ, ਅਸੀਂ ਇਕਾਗਰਤਾ ਨਾਲ ਖਾਣਾ ਖਾਵਾਂਗੇ ਤਾਂ ਜ਼ਰੂਰ ਸਾਡੇ ਸਰੀਰ ਲਈ, ਬਾਕੀ ਹੋਰ ਜਿਵੇਂ ਅਸੀਂ ਆਮ ਤੌਰ ਤੇ ਖਾਣਾ ਖਾਂਦੇ ਹਾਂ ਤਾਂ ਉਹਦੇ ਨਾਲੋਂ ਸਾਡੇ ਲਈ ਜ਼ਿਆਦਾ ਲਾਭਦਾਇਕ ਹੋਏਗਾ। ਇਸ ਕਰਕੇ ਇਸ ਚੀਜ਼ ਦਾ ਤੁਸੀਂ ਪਿਆਰੇ ਵਿਦਿਆਰਥੀਓ ਬਹੁਤ ਧਿਆਨ ਰੱਖਣਾ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆਦਤਾਂ ਨੇ ਜਿਹੜੀਆਂ ਸਾਡੇ ਖਾਣੇ ਨੂੰ ਹੋਰ ਵੀ ਲਾਭਦਾਇਕ ਬਣਾ ਦਿੰਦੀਆਂ ਨੇ। ਇੱਕ ਹੋਰ ਚੀਜ਼ ਜਿਹੜੀ ਬਹੁਤ ਜ਼ਰੂਰੀ ਆ, ਅਸੀਂ ਕਈ ਵਾਰ ਖਾਣਾ ਕਾਫੀ ਮਾਤਰਾ 'ਚ, ਜਿਵੇਂ ਕਿ ਸਾਡੇ ਵਿਆਹਾਂ ਵਿੱਚ ਜਾਂ ਪਾਰਟੀਆਂ ਵਿੱਚ ਵੀ ਅਸੀਂ ਵੇਖਿਆ ਵੀ ਇੱਕ ਪਲੇਟ ਦੇ ਵਿੱਚ ਅਸੀਂ 3-3 4-4 5-5 ਚੀਜ਼ਾਂ ਇਕੱਠੀਆਂ ਹੀ ਧਰ ਲੈਂਦੇ ਹਾਂ। ਉਹ ਜਿਹੜੀ ਸਾਡੀ ਆਦਤ ਆ ਉਹ ਬਹੁਤ ਮਾੜੀ ਆਦਤ ਆ। ਪਹਿਲਾਂ ਅਸੀਂ ਜਿੰਨਾ ਖਾਣਾ, ਪਹਿਲਾਂ ਸਾਨੂੰ ਥੋੜ੍ਹਾ ਥੋੜ੍ਹਾ ਖਾਣਾ ਪਾਉਣਾ ਚਾਹੀਦਾ ਆਪਣੀ ਪਲੇਟ ਦੇ ਵਿੱਚ। ਤੁਸੀਂ ਇੱਕ ਵਾਰ ਖਾ ਲਿਆ, ਫਿਰ ਪਾ ਲਓ, ਫਿਰ ਉਹ ਖਾਧਾ ਗਿਆ ਤਾਂ ਹੋਰ ਪਾ ਲਓ, ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਆਪਣੇ ਘਰ ਵੀ, ਆਪਣੇ ਬਾਹਰ ਵੀ। ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਭੁੱਖੇ ਸੌਂਦੇ ਨੇ, ਉਹਨਾਂ ਨੂੰ ਖਾਣਾ ਨਹੀਂ ਮਿਲਦਾ। ਇਸ ਤਰ੍ਹਾਂ ਦੀਆਂ ਵੀ ਥਾਵਾਂ ਨੇ ਦੁਨੀਆ ਦੇ ਵਿੱਚ ਜਿੱਥੇ ਹੋਟਲਾਂ ਦੇ ਵਿੱਚੋਂ ਜਦੋਂ ਪਾਣੀ ਨਿਕਲਦਾ ਹੈ ਜਾਂ ਉੱਥੋਂ ਜੋ ਖਾਣਾ ਬਚਿਆ ਹੈ ਸੁੱਟਿਆ ਜਾਂਦਾ ਹੈ, ਉਹ ਖਾਣਾ ਚੁੱਕ ਕੇ ਲੋਕ ਖਾਂਦੇ ਨੇ। ਸੋ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਵੀ ਅਸੀਂ ਕਰ ਸਕਦੇ ਹਾਂ ਅਗਰ ਅਸੀਂ ਓਨਾ ਹੀ ਖਾਂਦੇ ਹਾਂ ਜਿੰਨੀ ਸਾਨੂੰ ਲੋੜ ਆ। ਤੁਸੀਂ ਵੇਖਿਆ ਹੋਣਾ ਸਾਡੇ ਘਰਾਂ ਦੇ ਵਿੱਚ ਵੀ, ਸਾਡੇ ਵਿਆਹਾਂ ਦੇ ਵਿੱਚ ਵੀ, ਸਾਡੇ ਹੋਰ ਫੰਕਸ਼ਨ ਵੀ ਜਦੋਂ ਹੁੰਦੇ ਨੇ ਤਾਂ ਬਹੁਤ ਸਾਰਾ ਖਾਣਾ ਬਚ ਜਾਂਦਾ, ਜਿਹੜਾ ਬਚਣ ਤੋਂ ਬਾਅਦ ਸੁੱਟ ਦਿੱਤਾ ਜਾਂਦਾ। ਬਿਹਤਰ ਇਹੀ ਆ ਅਗਰ ਅਸੀਂ ਪਹਿਲਾਂ ਹੀ ਪਲਾਨ ਕਰਿਆ ਹੋਇਆ ਕਿ ਇੰਨਾ ਕੁ ਖਾਣਾ ਹੀ ਸਾਡਾ ਲੱਗੇ, ਜਿੰਨਾ ਕੁ ਲੱਗੇ ਉਹਨਾਂ ਕੀ ਬਣਾਈਏ। ਅਗਰ ਉਹ ਬਚ ਗਿਆ ਤਾਂ ਇਸ ਤਰ੍ਹਾਂ ਦੀਆਂ ਕੁਝ ਸੰਸਥਾਵਾਂ ਵੀ ਹੈਗੀਆਂ ਨੇ ਜਿਹੜੀਆਂ ਉਹ ਖਾਣਾ ਲੈ ਜਾਂਦੀਆਂ ਨੇ, ਉਹਨਾਂ ਲੋੜਵੰਦ ਲੋਕਾਂ ਨੂੰ ਵੰਡਦੀਆਂ ਨੇ। ਕਿਉਂਕਿ ਖਾਣਾ ਜਿਹੜਾ ਇਹ ਤਾਂ ਸਾਡੀ ਪੰਜਾਬ ਦੀ ਵਿਰਾਸਤ ਹੈ, ਪਿਰਤ ਹੈ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਲੰਗਰ ਪ੍ਰਥਾ ਸ਼ੁਰੂ ਕੀਤੀ ਗਈ ਸੀ, ਜਦੋਂ ਭੁੱਖੇ ਸਾਧੂਆਂ ਨੂੰ ਉਹਨਾਂ ਨੇ ਲੰਗਰ ਛਕਾਇਆ ਸੀ, ਭੋਜਨ ਛਕਾਇਆ ਸੀ। ਪਿਆਰੇ ਵਿਦਿਆਰਥੀਓ, ਹੁਣ ਵੀ ਜਦੋਂ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ ਤਾਂ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਵਿਰਸਾ ਹੈ, ਸੁਭਾਅ ਹੈ ਕਿ ਉਹ ਲੋੜਵੰਦਾਂ ਨੂੰ
ਖਾਣਾ ਦਿੰਦੇ ਨੇ, ਪਰ ਇਸ ਗੱਲ ਲਈ ਵੀ ਸਾਨੂੰ ਸੁਚੇਤ ਹੋਣਾ ਪਊਗਾ ਕਿ ਅਸੀਂ ਕਿਤੇ ਖਾਣਾ ਜਿਹੜਾ ਖਰਾਬ ਤਾਂ ਨਹੀਂ ਕਰ ਰਹੇ, ਸਾਡੇ ਘਰੇ ਖਾਣਾ ਖਰਾਬ ਤਾਂ ਨਹੀਂ ਹੁੰਦਾ। ਇਹਦੀ ਸ਼ੁਰੂਆਤ ਵੀ ਅਸੀਂ ਪਿਆਰੇ ਵਿਦਿਆਰਥੀਓ ਘਰ ਤੋਂ ਕਰਨੀ ਆ। ਬਹੁਤ ਸਾਰੇ ਬੱਚੇ ਤੇ ਬਹੁਤ ਸਾਰੇ ਵੱਡੇ ਜਦੋਂ ਉਹਨਾਂ ਨੂੰ ਘਰ ਦੇ ਵਿੱਚ ਖਾਣਾ ਦਿੱਤਾ ਜਾਂਦਾ ਤਾਂ ਉਹ ਕਈ ਵਾਰ ਦਾਲ ਜੂਠੀ ਛੱਡ ਦਿੰਦੇ ਨੇ, ਸਬਜ਼ੀ ਛੱਡ ਦਿੰਦੇ ਨੇ, ਰੋਟੀ ਛੱਡ ਦਿੰਦੇ ਨੇ। ਇਹ ਇੱਕ ਬਹੁਤ ਮਾੜੀ ਆਦਤ ਕਹਿ ਸਕਦੇ ਹਾਂ ਭੋਜਨ ਪ੍ਰਤੀ। ਸਾਨੂੰ ਉਨਾ ਹੀ ਲੈਣਾ ਚਾਹੀਦਾ ਜਿੰਨਾ ਅਸੀਂ ਖਾ ਸਕਦੇ ਹਾਂ। ਅਗਰ ਅਸੀਂ ਪਹਿਲਾਂ ਹੀ ਉਨਾ ਲਵਾਂਗੇ ਤਾਂ ਉਹ ਜੂਠਾ ਵੀ ਨਹੀਂ ਛੱਡਿਆ ਜਾਊਗਾ ਤੇ ਉਹ ਭੋਜਨ ਕਿਸੇ ਹੋਰ ਦੇ ਮੂੰਹ ਵਿੱਚ ਪੈ ਸਕਦਾ। ਸੋ ਪਿਆਰੇ ਵਿਦਿਆਰਥੀਓ, ਇਸ ਚੀਜ਼ ਦਾ ਧਿਆਨ ਰੱਖਣਾ। ਸੀ ਇੱਕ ਗੱਲ ਪਹਿਲਾਂ ਹੀ ਤੁਹਾਡੇ ਨਾਲ ਕਰ ਚੁੱਕੇ ਹਾਂ ਕਿ ਕਈ ਵਿਦਿਆਰਥੀ ਖਾਣਾ ਖਾਣ ਤੋਂ ਪਹਿਲਾਂ, ਆਪਾਂ ਸਕੂਲ ਵਿੱਚ ਵੀ ਵੇਖਿਆ, ਘਰੇ ਵੀ ਵੇਖਿਆ, ਆਪਣੇ ਹੱਥ ਸਾਬਣ ਨਾਲ ਨਹੀਂ ਧੋਂਦੇ। ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਬੱਚੇ ਆਪਣੇ ਤੁਸੀਂ ਹੱਥ ਸਾਫ਼ ਕਰੋ। ਇਹ ਜ਼ਰੂਰ ਧਿਆਨ ਰੱਖਣਾ, ਕਿਉਂਕਿ ਅਗਰ ਸਾਡੇ ਹੱਥ ਗੰਦੇ ਨੇ, ਇਹ ਵੀ ਤੁਸੀਂ ਵੇਖਿਆ ਹੋਣਾ, ਅਗਰ ਅਸੀਂ ਗੰਦੇ ਭਾਂਡੇ ਦੇ ਵਿੱਚ ਦੁੱਧ ਪਾ ਦਈਏ ਤਾਂ ਸਾਡਾ ਦੁੱਧ ਖਰਾਬ ਹੋ ਜਾਂਦਾ। ਕੋਈ ਵੀ ਚੀਜ਼ ਪਾ ਦਈਏ ਤਾਂ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਗੰਦੇ ਹੱਥਾਂ ਨਾਲ ਕੋਈ ਚੀਜ਼ ਖਾਂਦੇ ਹਾਂ ਤਾਂ ਉਹ ਕੀਟਾਣੂ ਸਾਡੇ ਅੰਦਰ ਜਾਣਗੇ ਤੇ ਉਹਦੇ ਨਾਲ ਅਸੀਂ ਬਿਮਾਰ ਹੋਵਾਂਗੇ। ਅਸੀਂ ਬਿਮਾਰ ਹੋਵਾਂਗੇ ਤਾਂ ਸਾਡਾ ਇੱਕ ਵਾਰ ਸਾਰਾ ਹੀ ਕੰਮ ਰੁਕ ਜਾਂਦਾ, ਪੜ੍ਹਾਈ ਦਾ ਵੀ ਤੇ ਸਾਡੀ ਖੇਡ ਦਾ ਵੀ ਤੇ ਸਾਡੇ ਅੱਗੇ ਵਧਣ ਦਾ ਵੀ। ਇਸ ਕਰਕੇ ਸਭ ਤੋਂ ਸਾਡੀ ਮੁੱਢਲੀ ਲੋੜ ਪਿਆਰੇ ਵਿਦਿਆਰਥੀਓ ਭੋਜਨ ਆ, ਤੇ ਭੋਜਨ ਪ੍ਰਤੀ ਸਾਨੂੰ ਸਭ ਤੋਂ ਵੱਧ ਗੰਭੀਰ ਹੋਣ ਦੀ, ਸਿਆਣੇ ਹੋਣ ਦੀ ਲੋੜ ਆ। ਜੇ ਸਾਡੀਆਂ ਭੋਜਨ ਪ੍ਰਤੀ ਆਦਤਾਂ ਵਧੀਆ ਨੇ ਤਾਂ ਸਮਝ ਲਓ ਅਸੀਂ ਕਾਫੀ ਕੁਝ ਆਪਣੇ ਜੀਵਨ ਦੇ ਵਿੱਚ ਵਧੀਆ ਕਰ ਲਿਆ। ਜੇ ਅਸੀਂ ਵਧੀਆ ਤਰੀਕੇ ਨਾਲ ਭੋਜਨ ਖਾਵਾਂਗੇ ਤਾਂ ਅਸੀਂ ਤੰਦਰੁਸਤ ਰਹਾਂਗੇ। ਜੇ ਅਸੀਂ ਤੰਦਰੁਸਤ ਰਹਾਂਗੇ ਤਾਂ ਅਗਲੇ ਸਾਡੇ ਜਿਹੜੇ ਕੰਮ ਨੇ ਉਹ ਸਾਰੇ ਹੋਣਗੇ। ਪਿਆਰੇ ਵਿਦਿਆਰਥੀਓ, ਇੱਕ ਹੋਰ ਗੱਲ ਦੀ ਬਹੁਤ ਲੋੜ ਹੈ ਕਿ ਸਾਡਾ ਕਈ ਵਾਰੀ ਖਾਣਾ ਖਾਣ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ। ਕਦੇ ਅਸੀਂ ਸਵੇਰੇ 8 ਵਜੇ ਖਾ ਲੈਂਦੇ ਹਾਂ, ਕਦੇ 9 ਵਜੇ ਖਾ ਲੈਂਦੇ ਹਾਂ। ਜਿਵੇਂ ਕਿ ਹੁਣ ਲੋਕਡਾਊਨ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀਆਂ ਦਾ ਮੇਰਾ ਖਿਆਲ ਆ ਵੀ ਸਮਾਂ ਚੇਂਜ ਹੋਇਆ ਹੋਊਗਾ, ਪਰ ਇਸ ਗੱਲ ਪ੍ਰਤੀ ਸਾਨੂੰ ਧਿਆਨ ਰੱਖਣਾ ਚਾਹੀਦਾ। ਜਦੋਂ ਅਸੀਂ ਸਕੂਲ ਆਉਂਦੇ ਹਾਂ ਉਦੋਂ ਸਾਡਾ ਇੱਕ ਸਮਾਂ ਹੁੰਦਾ ਕਿ ਅਸੀਂ ਸਾਰੇ ਖਾਣਾ ਸਵੇਰੇ ਇੱਕ ਸਮੇਂ 'ਤੇ ਖਾਂਦੇ ਹਾਂ। ਸਕੂਲ ਤੋਂ ਹੀ ਯਾਦ ਆਇਆ ਕਿ ਕੁਝ ਵਿਦਿਆਰਥੀ ਸਾਡੇ ਜਦੋਂ ਪ੍ਰੇਅਰ ਹੁੰਦੀ ਆ ਉਦੋਂ ਸਾਨੂੰ ਪਤਾ ਲੱਗ ਜਾਂਦਾ ਉਹਨਾਂ ਦੇ ਚਿਹਰੇ ਵੇਖ ਕੇ ਕਿ ਬੱਚਾ ਸਵੇਰੇ ਖਾਣਾ ਨਹੀਂ ਖਾ ਕੇ ਆਇਆ। ਫਿਰ ਉਹ ਜਦੋਂ ਤੱਕ ਸਾਡੇ ਸਕੂਲ ਅੱਧੀ ਛੁੱਟੀ ਨਹੀਂ ਹੁੰਦੀ ਸਕੂਲ ਦੇ ਵਿੱਚ, ਉਹ ਭੁੱਖੇ ਬੈਠੇ ਰਹਿੰਦੇ ਨੇ। ਇਹ ਪਿਆਰੇ ਵਿਦਿਆਰਥੀਓ ਬਹੁਤ ਮਾੜੀ ਆਦਤ ਆ ਖਾਣੇ ਵਾਲੀ। ਖਾਣੇ ਪ੍ਰਤੀ ਜੇਕਰ ਅਸੀਂ ਹਰ ਰੋਜ਼ ਆਪਣਾ ਨਾਸ਼ਤਾ ਨਹੀਂ ਕਰਦੇ ਤਾਂ ਇਸ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਕਰਕੇ ਸਾਨੂੰ ਨਾਸ਼ਤਾ ਜਾਂ ਆਪਣਾ ਦੁਪਹਿਰ ਦਾ ਸਮਾਂ ਤੇ ਰਾਤ ਦੇ ਖਾਣੇ ਦਾ ਸਮਾਂ ਜਿਹੜਾ ਇੱਕ ਨਿਸ਼ਚਿਤ ਸਮਾਂ ਹੋਣਾ ਚਾਹੀਦਾ ਤੇ ਹਰ ਰੋਜ਼ ਖਾਣਾ ਚਾਹੀਦਾ। ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣ ਦੀ ਲੋੜ ਆ ਕਿ ਕੀ ਅਸੀਂ ਆਪਣਾ ਸਮੇਂ ਸਿਰ ਖਾਣਾ ਖਾਂਦੇ ਹਾਂ। ਇੱਕ ਸਾਡਾ ਨਿਸ਼ਚਿਤ ਸਮਾਂ ਹੋਵੇਗਾ ਤਾਂ ਉਸ ਦੇ ਨਾਲ ਸਾਡੇ ਸਰੀਰ ਲਈ ਬਹੁਤ ਫਾਇਦੇ ਵਾਲੀ ਗੱਲ ਹੋਵੇਗੀ। ਜੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਵਧੀਆ ਨੇ ਤਾਂ ਫਿਰ ਸਾਡਾ ਸਾਰਾ ਕੁਝ ਹੀ ਪਿਆਰੇ ਵਿਦਿਆਰਥੀਓ ਵਧੀਆ ਹੋ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਅਗਰ ਅਸੀਂ ਖਾਣੇ ਦੇ ਵਿੱਚ ਸਲਾਦ ਨੂੰ, ਫਲਾਂ ਨੂੰ, ਸਬਜ਼ੀਆਂ ਨੂੰ ਜਾਂ ਜੋ ਸੰਤੁਲਿਤ ਭੋਜਨ ਸਾਨੂੰ ਸਾਡੇ ਡਾਕਟਰ ਸਾਹਿਬਾਨ ਵੱਲੋਂ ਦੱਸਿਆ ਜਾਂਦਾ ਜਾਂ ਸਾਡੇ ਜੋ ਸਿਹਤ ਦੇ ਮਾਹਰ ਨੇ ਉਹਨਾਂ ਵੱਲੋਂ ਦੱਸਿਆ ਜਾਂਦਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਪਣਾਇਆ ਹੋਊਗਾ। ਇਸ ਦੇ ਨਾਲ ਨਾਲ ਹੀ ਅਸੀਂ ਚੰਗੀਆਂ ਆਦਤਾਂ ਜਿਹੜੀਆਂ ਖਾਣੇ ਪ੍ਰਤੀ, ਜਿਵੇਂ ਕਿ ਤੁਹਾਡੇ ਨਾਲ ਮੈਂ ਸਾਰੀਆਂ ਆਦਤਾਂ ਸਾਂਝੀਆਂ ਕੀਤੀਆਂ ਨੇ, ਇਹਨਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਜ਼ਰੂਰ ਲਿਖਣਾ ਵੀ ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ, ਵਧੀਆ ਢੰਗ ਨਾਲ ਖਾਣਾ, ਸਹਿਜਤਾ ਨਾਲ ਖਾਣਾ, ਕਾਹਲੀ ਕਾਹਲੀ ਨਹੀਂ ਖਾਣਾ ਤੇ ਨਾ ਅਸੀਂ ਝੂਠ ਛੱਡਣੀਆਂ ਤੇ ਸਾਡਾ ਬੈਠਣ ਦਾ ਢੰਗ ਸਹੀ ਹੋਣਾ ਚਾਹੀਦਾ, ਸਾਡਾ ਖਾਣ ਦਾ, ਸਾਡਾ ਪੀਣ ਦਾ। ਤੇ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ। ਕਈ ਵਾਰੀ ਕੀ ਹੁੰਦਾ, ਸਾਡੀ ਸਬਜ਼ੀ ਦਾਲ ਬਹੁਤ ਗਰਮ ਹੁੰਦੇ ਨੇ, ਅਸੀਂ ਠੰਡੀ ਲੱਸੀ ਜਾਂ ਠੰਡਾ ਪਾਣੀ ਪੀਂਦੇ ਹਾਂ, ਉਹ ਵੀ ਸਾਡੇ ਲਈ ਨੁਕਸਾਨਦੇਹ ਆ। ਇਸੇ ਤਰ੍ਹਾਂ ਅਸੀਂ ਦੁੱਧ ਕਦੋਂ ਪੀਣਾ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਅਸੀਂ ਕੀ ਚਾਹ ਪੀਣੀ ਹੈ ਜਾਂ ਜੂਸ ਪੀਣਾ ਹੈ ਜਾਂ ਕਿਹੜੀ ਚੀਜ਼ ਪੀਣੀ ਹੈ। ਕਈ ਬੱਚੇ ਕੋਲਡ ਡਰਿੰਕ ਬਹੁਤ ਪੀਂਦੇ ਨੇ ਪਿਆਰੇ ਵਿਦਿਆਰਥੀਓ, ਇਹਨਾਂ ਚੀਜ਼ਾਂ ਦਾ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਆ। ਜੰਕ ਫੂਡ ਦੇ ਬਹੁਤ ਨੁਕਸਾਨ ਨੇ। ਸੋ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਆਪਣੇ ਡਾਕਟਰ ਆਪ ਬਣਨਾ ਪਊਗਾ। ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਸਿਖਾਉਣ ਲਈ ਤੁਹਾਨੂੰ ਪਹਿਲਾਂ ਆਪ ਜਾਗਰੂਕ ਹੋਣਾ ਚਾਹੀਦਾ, ਕਿਉਂਕਿ ਤੁਸੀਂ ਬਹੁਤ ਪਿਆਰੇ ਵਿਦਿਆਰਥੀ ਹੋ, ਸਿਆਣੇ ਵਿਦਿਆਰਥੀ ਹੋ, ਤੁਸੀਂ ਸਕੂਲਾਂ ਵਿੱਚ ਪੜ੍ਹਦੇ ਹੋ। ਤੁਹਾਡੀਆਂ ਆਦਤਾਂ ਬਾਕੀਆਂ ਨਾਲੋਂ ਵਧੀਆ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਆਉਣ ਵਾਲਾ ਸਮਾਜ ਤੁਹਾਡੇ ਵਰਗੇ ਬੱਚਿਆਂ ਨੇ ਬਣਾਉਣਾ ਹੈ, ਤੁਸੀਂ ਬਣਾਉਣਾ ਹੈ। ਤੁਸੀਂ ਦੇਸ਼ ਦੇ ਨੇਤਾ ਬਣਨਾ, ਤੁਸੀਂ ਦੇਸ਼ ਦੇ ਅਧਿਆਪਕ ਬਣਨਾ, ਤੁਸੀਂ ਦੇਸ਼ ਦੇ ਡਾਕਟਰ ਬਣਨਾ, ਤੁਸੀਂ ਇੰਜੀਨੀਅਰ ਬਣਨਾ, ਤੁਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਇਸ ਕਰਕੇ ਜੇ ਤੁਸੀਂ ਆਦਤਾਂ ਵਧੀਆ ਪਾ ਲਈਆਂ ਤਾਂ ਆਉਣ ਵਾਲਾ ਸਾਰਾ ਸਮਾਜ ਆ ਜਿਹੜਾ ਬਹੁਤ ਵਧੀਆ ਆਦਤਾਂ ਵਾਲਾ ਸਾਡਾ ਸਮਾਜ ਹੋਊਗਾ। ਜੇ ਅਸੀਂ ਖਾਣ ਦੀਆਂ ਆਦਤਾਂ ਵਧੀਆ ਬਣਾਵਾਂਗੇ ਤਾਂ ਸਾਡੀਆਂ ਰਹਿਣ ਸਹਿਣ ਦੀਆਂ ਬਾਕੀ ਆਦਤਾਂ ਵੀ ਆਪਣੇ ਆਪ ਹੀ ਵਧੀਆ ਹੋ ਜਾਣਗੀਆਂ। ਇਸ ਕਰਕੇ ਮੈਂ ਪਿਆਰੇ ਵਿਦਿਆਰਥੀਓ ਤੁਹਾਡੇ ਤੋਂ ਉਮੀਦ ਕਰਦਾ ਤੁਸੀਂ ਸਾਰੇ ਇਹਨਾਂ ਆਦਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓਗੇ ਤੇ ਆਪ ਵੀ ਤੰਦਰੁਸਤ ਰਹੋਗੇ ਤੇ ਆਲੇ ਦੁਆਲੇ ਵਿੱਚ ਵੀ ਖੁਸ਼ੀਆਂ ਤੇ ਖੇੜੇ ਵੰਡੋਗੇ। ਤੁਹਾਡਾ ਬਹੁਤ 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 ਧੰਨਵਾਦ।